हेलो एवरीवन, वेलकम टू माय यूट्यूब चैनल गुरु एजुकेशन। ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਹੋਏਗਾ ਫ੍ਰੈਕਸ਼ਨਸ ਨੂੰ ਪੰਜਾਬੀ ਵਿੱਚ ਆਪਾਂ ਭਿੰਨਾਂ ਕਹਿੰਦੇ ਆ। ਔਰ ਅੱਜ ਆਪਾਂ ਜਾਣਾਂਗੇ ਕਿ ਫ੍ਰੈਕਸ਼ਨਸ ਕੀ ਹੁੰਦੀਆਂ ਨੇ ਤੇ ਫ੍ਰੈਕਸ਼ਨਸ ਦੀਆਂ ਟਾਈਪਸ ਕਿਹੜੀਆਂ ਹੁੰਦੀਆਂ ਨੇ। ਦੇਖੋ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਫ੍ਰੈਕਸ਼ਨ ਕੀ ਹੁੰਦਾ ਹੈ। ਫ੍ਰੈਕਸ਼ਨ ਜਿਹੜਾ ਹੁੰਦਾ ਨਾ ਉਹ ਕਿਸੇ ਚੀਜ਼ ਦਾ ਫ੍ਰੈਕਸ਼ਨ ਮਤਲਬ ਕਿਸੇ ਚੀਜ਼ ਦਾ ਪਾਰਟ ਹੁੰਦਾ ਹੈ, ਜਾਂ ਪੰਜਾਬੀ ਚ ਕਹਿ ਲਓ ਕਿ ਫ੍ਰੈਕਸ਼ਨ ਜਿਹੜੀ ਹੁੰਦੀ ਉਹ ਹਿੱਸਾ ਹੁੰਦਾ ਹੈ ਕਿਸੇ ਚੀਜ਼ ਦਾ। ਦੇਖੋ, ਜਿਵੇਂ ਮੰਨ ਲਓ ਆਪਾਂ ਆ ਸਰਕਲ ਬਣਾ ਲਿਆ, ਇਹ ਸਰਕਲ ਜਿਹੜਾ ਪੂਰਾ ਇਹਨੂੰ ਆਪਾਂ ਕਵਾਂਗੇ ਹੋਲ, ਮਤਲਬ ਇਹ ਪੂਰਾ ਸਰਕਲ ਹੈ। ਠੀਕ ਹੈ, ਹੁਣ ਆਪਾਂ ਇਹਦੇ ਕਰਤੇ ਪਾਰਟ, ਇਹਨੂੰ ਆਪਾਂ ਦੋ ਹਿੱਸਿਆਂ ਚ ਵੰਡ ਦਿੱਤਾ। ਤਾਂ ਇਹ ਜਿਹੜਾ ਉੱਪਰਲਾ ਹਿੱਸਾ ਹੋਏਗਾ ਇਹਨੂੰ ਆਪਾਂ ਲਿਖਾਂਗੇ 1/2, ਯਾਨੀ ਕਿ ਇੱਕ ਤਾਂ ਇਹ ਪੂਰਾ ਸੀ ਤੇ ਦੋ ਆਪਾਂ ਇਹਨੂੰ ਹਿੱਸਿਆਂ ਚ ਵੰਡਤਾ। ਨੀਚੇ ਵਾਲਾ ਵੀ ਕੀ ਹੋ ਗਿਆ 1/2। ਤਾਂ ਇਹ ਜਿਹੜੇ ਹਿੱਸੇ ਨੇ ਨਾ ਇਹਨਾਂ ਨੂੰ ਆਪਾਂ ਇਹਨੂੰ ਇਸ ਤਰੀਕੇ ਨਾਲ ਲਿਖਦੇ ਹਾਂ ਤਾਂ ਆਪਾਂ ਇਹਨੂੰ ਕਹਿੰਦੇ ਆ ਫ੍ਰੈਕਸ਼ਨ। ਠੀਕ ਹੈ, ਫ੍ਰੈਕਸ਼ਨ ਕੀ ਹੁੰਦੀ ਹੈ? ਫ੍ਰੈਕਸ਼ਨ ਇਜ਼ ਪਾਰਟ ਆਫ ਹੋਲ। ਹੋਲ ਮੀਨਸ ਟੋਟਲ। ਫ੍ਰੈਕਸ਼ਨ ਜਿਹੜੀ ਹੈ ਉਹ ਪਾਰਟ ਹੁੰਦੀ ਹੈ ਹੋਲ ਦਾ। ਇਸੇ ਤਰ੍ਹਾਂ ਦੇਖੋ, ਜਿਵੇਂ ਇੱਕ ਸਕੁਏਅਰ ਬਣਾ ਲਿਆ, ਠੀਕ ਹੈ, ਔਰ ਇਹ ਟੋਟਲ ਕਿਹੜਾ ਪੂਰਾ ਹੈ ਜਿਹੜਾ ਇਹ ਆ ਹੋਲ। ਠੀਕ ਹੈ, ਇਹਨੂੰ ਆਪਾਂ ਚਾਰ ਹਿੱਸਿਆਂ ਚ ਵੰਡਤਾ, ਇਕੁਅਲ ਪਾਰਟ ਵਿੱਚ ਵੰਡਣਾ। ਠੀਕ ਹੈ, ਤਾਂ ਹਰ ਪਾਰਟ ਜਿਹੜਾ ਉਹ ਕੀ ਹੋਏਗਾ, ਆ ਹੋਏਗਾ ਪਾਰਟ, ਔਰ ਹਰ ਪਾਰਟ ਜਿਹੜਾ ਹੋਲ ਦੀ ਕੀ ਹੋਏਗੀ, ਫ੍ਰੈਕਸ਼ਨ। ਜਿਵੇਂ ਦੇਖੋ, ਆ ਪਾਰਟ ਨੂੰ ਅਸੀਂ ਕਿਵੇਂ ਰਿਪਰੈਜ਼ੈਂਟ ਕਰਾਂਗੇ ਕਿ ਟੋਟਲ ਇੱਕ ਸੀ ਔਰ ਉਹਦੇ ਚਾਰ ਅਸੀਂ ਪਾਰਟ ਕਰਤੇ, ਤਾਂ ਹਰ ਪਾਰਟ 1/4 ਆਫ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਦੇਖੋ, ਜਿਹੜੀ ਅਸੀਂ ਆ ਫ੍ਰੈਕਸ਼ਨ ਲਿਖੀ 1/4, ਤਾਂ ਇਹਦੇ ਜਿਹੜੇ ਉੱਪਰ ਵਾਲੇ ਪਾਰਟ ਨੂੰ ਅਸੀਂ ਕੀ ਬੋਲਣਾ ਹੈ, ਨਿਊਮੀਰੇਟਰ, ਔਰ ਨੀਚੇ ਵਾਲੇ ਪਾਰਟ ਨੂੰ ਅਸੀਂ ਬੋਲਣਾ ਹੈ ਡਿਨੋਮੀਨੇਟਰ, ਔਰ ਵਿਚਕਾਰ ਜਿਹੜੀ ਇਹ ਲਾਈਨ ਹੁੰਦੀ ਹੈ ਡਿਵੀਜ਼ਨ ਬਾਰ। ਫ੍ਰੈਕਸ਼ਨ ਸਾਡੇ ਨਿਊਮੀਰੇਟਰ ਅਪੋਨ ਡਿਨੋਮੀਨੇਟਰ। ਪੰਜਾਬੀ ਵਿੱਚ ਆਪਾਂ ਇਹਨੂੰ ਬੋਲਾਂਗੇ ਅੰਸ਼, ਔਰ ਇਹਨੂੰ ਬੋਲਦੇ ਆ ਹਰ। ਅੰਸ਼ ਬਟਾ ਹਰ। ਉੱਪਰਲੇ ਵੈਲਿਊ ਨੂੰ ਅਸੀਂ ਨਿਊਮੀਰੇਟਰ ਬੋਲਣਾ ਹੈ, ਨੀਚੇ ਵਾਲੀ ਵੈਲਿਊ ਨੂੰ ਅਸੀਂ ਡਿਨੋਮੀਨੇਟਰ ਬੋਲਣਾ ਹੈ। ਤਾਂ ਜਿਵੇਂ ਹੁਣ ਅਸੀਂ ਕੁਝ ਹੋਰ ਐਗਜ਼ਾਮਪਲਸ ਕਰਦੇ ਹਾਂ ਤਾਂ ਕਿ ਇਸੇ ਕਲੀਅਰ ਹੋ ਜਾਏ ਕਿ ਫ੍ਰੈਕਸ਼ਨ ਕਿਵੇਂ ਲਿਖੀ ਜਾਂਦੀ ਹੈ। ਜਿਵੇਂ ਦੇਖੋ, ਆ ਕੋਈ ਸਰਕਲ ਹੈ, ਇਹਦੇ ਆਪਾਂ 3 ਪਾਰਟ ਕਰਤੇ, ਤਾਂ ਅਸੀਂ ਇੱਕ ਪਾਰਟ ਨੂੰ ਅਸੀਂ ਕਰ ਦਿੱਤਾ ਸ਼ੇਡ। ਤਾਂ ਹੁਣ ਜੇ ਮੈਂ ਕਹਾਂ ਕਿ ਇਹ ਸ਼ੇਡਡ ਪਾਰਟ ਦੀ ਜਿਹੜੀ ਫ੍ਰੈਕਸ਼ਨ ਦੱਸੋ ਕੀ ਹੋਏਗੀ, ਤਾਂ ਸ਼ੇਡਡ ਪਾਰਟ ਦੀ ਫ੍ਰੈਕਸ਼ਨ ਕੀ ਹੋਏਗੀ, ਟੋਟਲ ਪਾਰਟ ਪਹਿਲਾਂ ਦੱਸੋ ਕਿੰਨੇ ਆ 3, ਤਾਂ ਨੀਚੇ ਅਸੀਂ 3 ਲਿਖਾਂਗੇ। ਤਾਂ ਸ਼ੇਡ ਪਾਰਟ ਕਿੰਨੇ ਕੀਤੇ ਗਿਆ 1, ਤਾਂ ਇਹ ਸ਼ੇਡਡ ਪਾਰਟ ਦੀ ਜਿਹੜੀ ਫ੍ਰੈਕਸ਼ਨ ਹੈ ਉਹ 1 ਹੋਏਗੀ। ਔਰ ਅਨਸ਼ੇਡਡ ਪਾਰਟ ਦੀ ਫ੍ਰੈਕਸ਼ਨ ਕੀ ਹੋਏਗੀ, ਅਨਸ਼ੇਡਡ ਪਾਰਟ ਕਿੰਨੇ ਆ 2, ਤਾਂ ਉੱਪਰ ਅਸੀਂ 2 ਲਿਖਾਂਗੇ। ਟੋਟਲ ਕਿੰਨੇ ਨੇ 3। ਇਹ ਅਨਸ਼ੇਡਡ ਪਾਰਟ ਦੀ ਫ੍ਰੈਕਸ਼ਨ ਹੈ ਔਰ ਇਹ ਸ਼ੇਡਡ ਪਾਰਟ ਦੀ ਫ੍ਰੈਕਸ਼ਨ। ਹੁਣ ਸਾਡਾ ਨੈਕਸਟ ਟੌਪਿਕ ਜਿਹੜਾ ਹੋਏਗਾ ਉਹ ਹੋਏਗਾ ਲਾਈਕ ਫ੍ਰੈਕਸ਼ਨ ਐਂਡ ਲਾਈਕ ਫ੍ਰੈਕਸ਼ਨਸ ਐਂਡ ਅਨਲਾਈਕ ਫ੍ਰੈਕਸ਼ਨਸ। ਅਨਲਾਈਕ ਫ੍ਰੈਕਸ਼ਨਸ। ਲਾਈਕ ਫ੍ਰੈਕਸ਼ਨਸ ਉਹ ਹੋਣਗੀਆਂ ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਹੋਣਗੇ, ਜਿਵੇਂ 1/7, 2/7, 6/7, 5/7। ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਹੋਣਗੇ ਉਹ ਹੋਣਗੀਆਂ ਲਾਈਕ ਫ੍ਰੈਕਸ਼ਨਸ, ਐਂਡ ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਨਹੀਂ ਹੋਣਗੇ ਉਹ ਹੋਣਗੀਆਂ ਅਨਲਾਈਕ ਫ੍ਰੈਕਸ਼ਨਸ। 19 ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਹੋਣਗੇ ਉਹ ਲਾਈਕ ਫ੍ਰੈਕਸ਼ਨਸ ਹੋਣਗੀਆਂ, ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਨਹੀਂ ਹੋਣਗੇ ਉਹ ਅਨਲਾਈਕ ਫ੍ਰੈਕਸ਼ਨਸ ਹੋਣਗੀਆਂ। ਇਹ ਨਹੀਂ ਸੋਚਣਾ ਕਿ ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਹੋਣਗੇ ਉਹ ਲਾਈਕ ਹੋਣਗੀਆਂ ਔਰ ਜਿਨ੍ਹਾਂ ਦੇ ਨਿਊਮੀਰੇਟਰ ਸੇਮ ਹੋਣਗੇ ਉਹ ਅਨਲਾਈਕ ਹੋਣਗੀਆਂ। ਨਹੀਂ, ਜਿਨ੍ਹਾਂ ਦੇ ਡਿਨੋਮੀਨੇਟਰ ਸੇਮ ਨਹੀਂ ਹੋਣਗੇ ਉਹ ਅਨਲਾਈਕ ਹੋਣਗੀਆਂ। ਓਕੇ, ਨੈਕਸਟ ਟੌਪਿਕ ਆਪਣਾ ਹੈਗਾ ਟਾਈਪਸ ਆਫ ਫ੍ਰੈਕਸ਼ਨ। ਹਾਂਜੀ, ਸਭ ਤੋਂ ਪਹਿਲਾਂ ਦੇਖੋ ਆਪਾਂ ਕਰਾਂਗੇ ਪ੍ਰੋਪਰ ਫ੍ਰੈਕਸ਼ਨ। ਪ੍ਰੋਪਰ ਫ੍ਰੈਕਸ਼ਨ
ਪ੍ਰੋਪਰ ਫ੍ਰੈਕਸ਼ਨ ਕੀ ਹੁੰਦੀ ਹੈ ਕਿ ਜਦੋਂ ਸਾਡਾ ਡਿਨੋਮੀਨੇਟਰ ਵੱਡਾ ਹੋਏਗਾ ਨਿਊਮੀਰੇਟਰ ਛੋਟਾ ਹੋਏਗਾ ਤਾਂ ਉਹਨੂੰ ਅਸੀਂ ਪ੍ਰੋਪਰ ਫ੍ਰੈਕਸ਼ਨ ਆਖਾਂਗੇ। ਠੀਕ ਹੈ, ਜਿਵੇਂ ਦੇਖੋ ਮੈਂ ਲਿਖਿਆ 8/10, 2/5, 6/11, ਤਾਂ ਇਹਦੇ ਚ ਸਾਡਾ ਡਿਨੋਮੀਨੇਟਰ ਜਿਹੜਾ ਹੈ ਉਹ ਵੱਡਾ ਹੈ ਤੇ ਨਿਊਮੀਰੇਟਰ ਛੋਟਾ ਹੈ। ਇਹ ਪ੍ਰੋਪਰ ਫ੍ਰੈਕਸ਼ਨ ਹੈ। ਪ੍ਰੋਪਰ ਮਤਲਬ ਪੰਜਾਬੀ ਚ ਜਿਵੇਂ ਉਚਿਤ ਭਿੰਨ। ਠੀਕ ਹੈ, ਜਿਵੇਂ ਸਹੀ, ਜਿਵੇਂ ਕਿਸੇ ਚੀਜ਼ ਦੇ ਆਪਾਂ 10 ਪਾਰਟ ਕੀਤੇ ਆ ਤਾਂ ਉਹਨਾਂ ਚੋਂ 8 ਸ਼ੇਡ ਕੀਤੇ ਆ ਤੇ ਅਸੀਂ ਲਿਖ ਸਕਦੇ ਹਾਂ ਕਿ 8/10, ਜਾਂ ਕਿਸੇ ਚੀਜ਼ ਦੇ 5 ਪਾਰਟ ਕੀਤੇ ਆ ਤੇ ਉਹਦੇ ਚ ਅਸੀਂ 2 ਪਾਰਟ ਸ਼ੇਡ ਕੀਤੇ ਆ ਤੇ ਅਸੀਂ ਲਿਖ ਸਕਦੇ ਹਾਂ ਕਿ 2/5। ਤਾਂ ਇਸ ਤਰ੍ਹਾਂ ਇਹਨੂੰ ਆਪਾਂ ਪ੍ਰੋਪਰ ਫ੍ਰੈਕਸ਼ਨ ਕਵਾਂਗੇ। ਠੀਕ ਹੈ, ਅੱਗੋਂ ਆ ਜਾਂਦੇ ਇੰਪ੍ਰੋਪਰ ਫ੍ਰੈਕਸ਼ਨ। ਇੰਪ੍ਰੋਪਰ ਫ੍ਰੈਕਸ਼ਨ, ਇੰਪ੍ਰੋਪਰ ਫ੍ਰੈਕਸ਼ਨ ਜਿਹੜੀ ਉਹ ਖੁਦ ਦੱਸਦੀ ਪਈ ਹੈ ਕਿ ਮੈਂ ਪ੍ਰੋਪਰ ਨਹੀਂ ਹਾਂ, ਮੀਨਸ ਅਨਉਚਿਤ ਭਿੰਨ। ਠੀਕ ਹੈ, ਇਹਦੇ ਚ ਕੀ ਹੋਏਗਾ ਕਿ ਇਹਦੇ ਬਿਲਕੁਲ ਉਲਟ ਹੋਏਗੀ। ਜਿਵੇਂ ਇਹਨੂੰ ਹੀ ਕਰ ਦੋ ਕਿ 10/8, 5/2, 11/6। ਹੁਣ ਦੱਸੋ ਕਿ ਕਿਸੇ ਚੀਜ਼ ਦੇ ਆਪਾਂ 8 ਹਿੱਸੇ ਕਰੀਏ ਤੇ ਆਪਾਂ ਉਹਦੇ ਚੋਂ 10 ਹਿੱਸਿਆਂ ਨੂੰ ਸ਼ੇਡ ਕਰ ਸਕਦੇ ਹਾਂ? ਨਹੀਂ, ਕਿਉਂਕਿ 8 ਹਿੱਸੇ ਤਾਂ ਸ਼ੇਡ ਹੋ ਸਕਦੇ, 10 ਤਾਂ ਨਹੀਂ ਨਾ ਹੋ ਸਕਦੇ। ਤਾਂ ਇਟ ਮੀਨਸ ਕਿ ਜਦੋਂ ਵੀ ਫ੍ਰੈਕਸ਼ਨ ਜਿਹੜੀ ਸਹੀ ਨਹੀਂ ਲਿਖੀ, ਮਤਲਬ ਨੀਚੇ ਡਿਨੋਮੀਨੇਟਰ ਤੁਹਾਡਾ ਛੋਟਾ ਹੈ, ਤਾਂ ਉਹ ਇੰਪ੍ਰੋਪਰ ਫ੍ਰੈਕਸ਼ਨ ਹੋਏਗੀ, ਜੋ ਕਿ ਖੁਦ ਬੋਲ ਰਹੀ ਹੈ ਕਿ ਉਹ ਸਹੀ ਨਹੀਂ ਹੈ। ਠੀਕ ਹੈ, ਇੰਪ੍ਰੋਪਰ ਫ੍ਰੈਕਸ਼ਨ ਜਦੋਂ ਤੁਹਾਡਾ ਡਿਨੋਮੀਨੇਟਰ ਛੋਟਾ ਹੋਏਗਾ ਤਾਂ ਸਾਡੇ ਕੋਲੇ, ਜਦੋਂ ਡਿਨੋਮੀਨੇਟਰ ਵੱਡਾ ਹੋਏਗਾ ਤਾਂ ਸਾਡੀ ਫ੍ਰੈਕਸ਼ਨ ਪ੍ਰੋਪਰ ਹੋਏਗੀ, ਜਦੋਂ ਨਿਊਮੀਰੇਟਰ ਵੱਡਾ ਹੋਏਗਾ ਤਾਂ ਸਾਡੀ ਫ੍ਰੈਕਸ਼ਨ ਇੰਪ੍ਰੋਪਰ ਹੋਏਗੀ। ਹੁਣ 0 ਜਿਹੜੀ ਉਹ ਪ੍ਰੋਪਰ ਹੈ। 0 ਕਿਹੜੀ ਫ੍ਰੈਕਸ਼ਨ ਹੈ? ਪ੍ਰੋਪਰ। ਦੇਖੋ 0 ਦੇ ਨੀਚੇ ਅਸੀਂ 1 ਪਾ ਸਕਦੇ ਹਾਂ, 2 ਪਾ ਸਕਦੇ ਹਾਂ, 3, ਜਾਨੀ ਕਿ ਸਾਡਾ ਡਿਨੋਮੀਨੇਟਰ ਵੱਡਾ ਹੈ, ਤਾਂ ਇਸ ਕਰਕੇ 0 ਜਿਹੜੀ ਸਾਡੀ ਪ੍ਰੋਪਰ ਫ੍ਰੈਕਸ਼ਨ ਹੈ। ਔਰ ਜਦੋਂ ਆ ਜਾਂਦੀ ਹੈ ਸੇਮ ਜਿਵੇਂ 10/10, ਤਾਂ ਇਹ ਜਿਹੜੀ ਸੇਮ ਡਿਨੋਮੀਨੇਟਰ ਤੇ ਨਿਊਮੀਰੇਟਰ ਜਦੋਂ ਦੋਨੋਂ ਤੁਹਾਡੇ ਇਕੁਅਲ ਹੋ ਜਾਣਗੇ ਤਾਂ ਇਹ ਹੋਏਗੀ ਸਾਡੀ ਇੰਪ੍ਰੋਪਰ ਫ੍ਰੈਕਸ਼ਨ। ਇੰਪ੍ਰੋਪਰ ਜਦੋਂ ਸਾਡਾ ਨਿਊਮੀਰੇਟਰ ਤੇ ਡਿਨੋਮੀਨੇਟਰ ਇਕੁਅਲ ਹੋਣਗੇ ਤਾਂ ਇਹ ਸਾਡੀ ਹੋਏਗੀ ਇੰਪ੍ਰੋਪਰ ਫ੍ਰੈਕਸ਼ਨ। ਮੀਨਸ ਜਦੋਂ ਦੇਖੋ ਇਹਨਾਂ ਨੂੰ ਅਸੀਂ ਕੱਟਤਾ, ਇਹ ਰਹਿ ਗਿਆ 1, ਤੇ 1 ਦੇ ਨੀਚੇ ਜਦੋਂ ਅਸੀਂ 0 ਲਾਵਾਂਗੇ ਤਾਂ ਇਹ ਸਾਡਾ ਇੰਪ੍ਰੋਪਰ ਡਿਨੋਮੀਨੇਟਰ ਜਿਹੜਾ ਛੋਟਾ ਹੋ ਜਾਏਗਾ, ਤੇ ਜਦੋਂ ਸਾਡਾ ਡਿਨੋਮੀਨੇਟਰ ਛੋਟਾ ਹੁੰਦਾ ਹੈ ਤਾਂ ਉਹ ਇੰਪ੍ਰੋਪਰ ਫ੍ਰੈਕਸ਼ਨ ਹੁੰਦੀ ਹੈ। ਇਹ ਸੀ ਇੰਪ੍ਰੋਪਰ ਤੇ ਪ੍ਰੋਪਰ ਫ੍ਰੈਕਸ਼ਨ। ਹੁਣ ਕਰਦੇ ਆ ਮਿਕਸਡ ਫ੍ਰੈਕਸ਼ਨ। ਮਿਕਸਡ ਫ੍ਰੈਕਸ਼ਨ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਕੋਈ ਇਹ ਦੋ ਚੀਜ਼ਾਂ ਦਾ ਮਿਕਸ ਹੋਏਗੀ। ਮਿਕਸ ਮੀਨਸ ਜਿਵੇਂ ਅਸੀਂ ਕਿਤੇ ਪੜ੍ਹਦੇ ਹਾਂ 2 1/2, ਤਾਂ ਮਤਲਬ ਇੱਕ ਤਾਂ ਦੋ ਚੀਜ਼ਾਂ ਤੋਂ, ਜਿਵੇਂ ਮੰਨ ਲਓ ਇੱਕ ਚੀਜ਼ ਪੂਰੀ ਹੋਵੇ ਤੇ ਇੱਕ ਅੱਧੀ ਹੋਵੇ, ਤਾਂ ਉਸ ਚੀਜ਼ ਨੂੰ ਆਪਾਂ ਕਹਾਂਗੇ ਮਿਕਸ ਫ੍ਰੈਕਸ਼ਨ। ਜਿਵੇਂ ਦੇਖੋ ਇਹ 2 ਪੂਰਾ ਨੰਬਰ ਹੈ ਤੇ ਇਹ ਫ੍ਰੈਕਸ਼ਨ ਹੈ ਨਾਲ, ਜਦੋਂ ਇੱਕ ਹੋਲ ਨੰਬਰ ਹੋਏਗਾ ਇੱਕ ਫ੍ਰੈਕਸ਼ਨ ਹੋਏਗੀ ਤਾਂ ਉਹਨੂੰ ਅਸੀਂ ਮਿਕਸ ਫ੍ਰੈਕਸ਼ਨ ਆਖਾਂਗੇ। ਠੀਕ ਹੈ, ਜਿਵੇਂ 4 1/5, ਜਿਵੇਂ 4 ਸਾਡੇ ਕੋਲ ਇਹ ਹੋਲ ਨੰਬਰ ਹੈ ਤੇ 1/5 ਜਿਹੜੀ ਹੈ ਉਹ ਫ੍ਰੈਕਸ਼ਨ ਹੈ, ਪ੍ਰੋਪਰ ਫ੍ਰੈਕਸ਼ਨ ਹੈ। ਓਕੇ, ਇਸ ਤਰ੍ਹਾਂ ਇਹ ਹੁੰਦੀ ਹੈ ਸਾਡੇ ਕੋਲੇ ਮਿਕਸ